नावल रूपधारा, नावलकार जसवंत सिंह कंवल। कांड 2 भाग पहला। ਐਤਕੀ ਵਾਰ ਮਾਲਣ ਨੇ ਮੁੰਡੇ ਨੂੰ ਜਨਮ ਦੇ ਕੇ ਹਰ ਹੋਣੀ ਦਾ ਮੂੰਹ ਪਛਾੜ ਦਿੱਤਾ। ਜ਼ਿਲ੍ਹੇਦਾਰ ਲਈ ਹਾਰ ਹੰਭ ਕੇ ਹਰ ਪਹਿਲੂ ਤੋਂ ਹਥਿਆਰ ਸੁੱਟੇ ਬਿਨਾਂ ਕੋਈ ਚਾਰਾ ਨਾ ਰਿਹਾ ਤੇ ਮਾਲਣ ਥੋੜ੍ਹੇ ਚਿਰ ਪਿੱਛੋਂ ਹੀ ਘਰ ਦੀ ਪੂਰੀ ਮਾਲਕਣ ਬਣ ਗਈ। ਹੁਣ ਬੂੜ ਕਦੇ ਕਦਾਈ ਸ਼ੁਗਲ ਵਜੋਂ ਬੱਚਿਆਂ ਨਾਲ ਤਾਸ਼ ਵੀ ਖੇਡ ਲੈਂਦਾ ਸੀ। ਮਾਲਣ ਨੇ ਮਜ਼ਬੂਤ ਇਰਾਦੇ ਅਤੇ ਘੋਰ ਤਪੱਸਿਆ ਨਾਲ ਜ਼ਿੰਦਗੀ ਨੂੰ ਜਿੱਤਿਆ ਸੀ ਤੇ ਸਮਾਜੀ ਕੋੜ੍ਹਾਂ ਨੂੰ ਬੁਹਾਰੀ ਨਾਲ ਵਿਹੜਿਓਂ ਬਾਹਰ ਕੱਢ ਦਿੱਤਾ ਸੀ। ਹੁਣ ਉਹ ਇੱਕ ਤਰ੍ਹਾਂ ਹਾਲਾਤ ਨਾਲ ਕਦਮ ਮੇਲ ਕੇ ਤੁਰ ਰਹੀ ਸੀ। ਉਸ ਨੂੰ ਭਰੋਸਾ ਸੀ ਕਿ ਉਹ ਕੁਝ ਵੀ ਗਲਤ ਨਹੀਂ ਵਾਪਰਨ ਦੇਵੇਗੀ। ਭਾਵੇਂ ਕਬੀਲਦਾਰੀ ਦਾ ਭਾਰ ਮਹਿਸੂਸ ਕਰਦਿਆਂ ਬੂੜ ਸਿੰਘ ਦੀ ਅਯਾਸ਼ੀ ਪਤਲੀ ਪੈ ਗਈ ਸੀ, ਪਰ ਸ਼ਰਾਬ ਉਸਦੇ ਵੱਸ ਦਾ ਰੋਗ ਨਹੀਂ ਸੀ ਰਿਹਾ, ਜਿਹੜੀ ਆਦਤ ਖੁਰਾਕ ਤੇ ਸਭ ਕੁਝ ਬਣ ਚੁੱਕੀ ਸੀ। ਫਿਰ ਵੀ ਮਾਲਣ ਨੇ ਘਰ ਦੀ ਕੁੰਜੀ ਸੰਭਾਲਦਿਆਂ ਅਤੇ ਕਬੀਲਦਾਰੀ ਦੇ ਆਉਣ ਵਾਲੇ ਭਾਰਾਂ ਨੂੰ ਮਹਿਸੂਸ ਕਰਦਿਆਂ ਸਰਦਾਰ ਤੋਂ ਚੋਰੀ ਛੁਪੇ ਕੁਝ ਨਾ ਕੁਝ ਜੋੜਨਾ ਸ਼ੁਰੂ ਕਰ ਦਿੱਤਾ। ਸਤਵੰਤ ਹੁਣ ਦੂਜੀ ਜਮਾਤ ਵਿੱਚ ਪੜ੍ਹਦੀ ਸੀ ਤੇ ਜਗਰੂਪ ਨਾਲ ਜਾਣ ਲਈ ਜ਼ਿੱਦ ਕਰਿਆ ਕਰਦੀ ਸੀ। ਬੱਚਿਆਂ ਵਿੱਚ ਮਾਂ ਦੀਆਂ ਆਦਤਾਂ ਭਾਰੂ ਹਨ। ਉਹ ਮਾਲਣ ਨੂੰ ਤੰਗ ਨਹੀਂ ਕਰਿਆ ਕਰਦੇ ਸਨ। ਤਸੱਲੀ ਦੇ ਇਹਨਾਂ ਵਰ੍ਹਿਆਂ 'ਚ ਮਾਲਣ ਨੇ ਕੱਪੜੇ ਸਿਉਣ ਵਾਲੀ ਮਸ਼ੀਨ ਖਰੀਦ ਲਈ ਅਤੇ ਘਰ ਦੇ ਕੱਪੜੇ ਸਿਉਂ ਕੇ ਸਿਲਾਈ ਦੇ ਖਰਚ ਦੀ ਬਚਤ ਕਰਨੀ ਸ਼ੁਰੂ ਕਰ ਦਿੱਤੀ। ਕੰਮ ਕਰਨ ਅਤੇ ਕੁਝ ਨਵਾਂ ਸਿੱਖਣ ਦਾ ਉਸ ਨੂੰ ਹਮੇਸ਼ਾ ਚਾਅ ਰਹਿੰਦਾ ਸੀ। ਬੱਚਿਆਂ ਦੇ ਨਿਖਰਦੇ ਨਕਸ਼ਾਂ ਨਾਲ ਉਸ ਦੀ ਖੁਸ਼ੀ ਵਿਕਾਸ ਫੜਦੀ ਜਾ ਰਹੀ ਸੀ। ਹਰਨੇਕ ਪਾਲਣੇ 'ਚ ਪਿਆ ਟਾਰਾਂ ਦਿੰਦਾ, ਤਦ ਉਹ ਵਿਸਮਾਦ 'ਚ ਆਈ ਚੁਟਕੀਆਂ ਮਾਰਦੀ, ਪਿਆਰ ਦੇ ਨਵੇਂ-ਨਵੇਂ ਸ਼ਬਦ ਅਤੇ ਲੋਰੀਆਂ ਫੁੱਲਕਲੀਆਂ ਵਾਂਗ ਵਿਕਸ ਜਾਂਦੇ। ਇਹਨਾਂ ਨਿੱਘੇ ਦਿਨਾਂ ਅਤੇ ਸੁਪਨੇ ਵਾਲੀਆਂ ਰਾਤਾਂ ਨੇ ਉਸ ਨੂੰ ਮੁੜ ਮੁਟਿਆਰ ਬਣਾ ਦਿੱਤਾ। ਬੂੜ ਸਿੰਘ ਉੱਤੇ ਇੱਕ ਵਾਰ ਫੇਰ ਰਿਸ਼ਵਤ ਦਾ ਕੇਸ ਬਣ ਗਿਆ। ਉਹ ਵੀ ਰਿਸ਼ਵਤ ਦੇ ਜ਼ੋਰ ਨਾਲ ਜਿੱਤ ਲਿਆ, ਪਰ ਉਸ ਦਾ ਰਿਕਾਰਡ ਗੰਦਾ ਹੋ ਚੁੱਕਾ ਸੀ, ਜਿਹੜਾ ਉਸ ਦੀ ਤਰੱਕੀ ਲਈ ਹਮੇਸ਼ਾ ਰੋੜਾ ਸਾਬਿਤ ਹੁੰਦਾ ਰਿਹਾ। ਉਹ ਰੱਬ ਦੀ ਰਜ਼ਾ ਵਾਂਗ ਜ਼ਿਲ੍ਹੇਦਾਰੀ 'ਚ ਹੀ ਖੁਸ਼ ਸੀ। ਜਦ ਕੌਂਪਲਾਂ ਜਵਾਨ ਹੋਣ ਲਈ ਜ਼ੋਰ ਲਾ ਰਹੀਆਂ ਹੁੰਦੀਆਂ ਹਨ, ਮੁੱਢਲੇ ਪੱਤੇ ਪੀਲੇ ਪੈ ਜਾਂਦੇ ਹਨ, ਜਿਨ੍ਹਾਂ ਨੂੰ ਕੋਈ ਵੀ ਬੁੱਲਾ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਹਨਾਂ ਅਤ ਚੰਗੇ ਦਿਨਾਂ ਵਿੱਚ ਇੱਕ ਭੈੜੀ ਘਟਨਾ ਵਾਪਰ ਗਈ, ਜਿਸ ਹੋਰ 2 ਸਾਲ ਤੱਕ ਵੀ ਵਾਪਰ ਹੀ ਜਾਣਾ ਸੀ। ਜ਼ਿਲ੍ਹੇਦਾਰ ਨੂੰ ਤਾਰ ਮਿਲੀ ਕਿ ਉਸ ਦਾ ਪਿਤਾ ਸ਼ਹਿਰ ਨੂੰ ਜਾਂਦਾ ਘੋੜੀ ਤੋਂ ਡਿੱਗ ਕੇ ਮਰ ਗਿਆ ਏ। ਬਿਰਧ ਦੀ ਰੀੜ ਧੌਣ ਦੇ ਨੇੜਿਓਂ ਟੁੱਟ ਗਈ ਸੀ ਤੇ ਉਸ ਪਿੰਡੋਂ ਬਾਹਰ ਹੀ ਪ੍ਰਾਣ ਤਿਆਗ ਦਿੱਤੇ ਸਨ। ਬੂੜ ਨਾਲੋਂ ਮਾਲਣ ਨੂੰ ਬਿਰਧ ਦੇ ਮਰ ਜਾਣ ਦਾ ਪੁੱਜ ਕੇ ਦੁੱਖ ਹੋਇਆ। ਉਹ ਸਮਝਦੀ ਸੀ ਬਿਰਧ ਨੇ ਅਤ ਔਖੇ ਸਮੇਂ ਉਸ ਨੂੰ ਹਮਦਰਦੀ ਦਿੱਤੀ ਸੀ। ਇਸ ਦੇ ਉਲਟ ਬੂੜ ਸਿੰਘ ਦੇ ਵਿਚਾਰ ਸਨ, ਚੰਗਾ ਹੋਇਆ ਤੁਰਦਾ ਫਿਰਦਾ ਚਲਾ ਗਿਆ। ਹੋਰ 4 ਵਰ੍ਹੇ ਅੱਡੀਆਂ ਰਗੜ ਕੇ ਜੀ ਲੈਂਦਾ, ਫਿਰ ਵੀ ਮਰਨਾ ਹੀ ਸੀ। ਉਹਨਾਂ ਘਰ ਆ ਕੇ ਬਿਰਧ ਦਾ ਪਾਠ ਰਖਵਾਇਆ। ਮਾਲਣ ਨੇ ਪੇਕਿਆਂ ਨੂੰ ਜਾਣ ਕੇ ਖਬਰ ਨਾ ਘੱਲੀ। ਖਬਰੇ ਚਾਚੇ ਦੇ ਪੁੱਤ ਭਰਾ ਆਉਣ ਹੀ ਨਾ। ਭਰਾ ਭਰਜਾਈ ਦੇ ਮਰ ਜਾਣ ਪਿੱਛੋਂ ਰਿਸ਼ਤੇਦਾਰੀ ਨਾ ਹੋਣ ਬਰਾਬਰ ਹੋ ਕੇ ਰਹਿ ਗਈ ਸੀ। ਉਹਨਾਂ ਭਾਈਚਾਰੇ ਨੂੰ ਰੋਟੀ ਦਿੱਤੀ ਅਤੇ ਬਿਰਧ ਦੇ ਭਾਰ ਤੋਂ ਸੁਰਖਰੂ ਹੋ ਗਏ। ਬੇਲੋੜੇ ਜੀ ਦਾ ਦਾਅਵੇ ਦੇ ਤੌਰ ਤੇ ਭਾਵੇਂ ਲੱਖ ਅਫਸੋਸ ਕੀਤਾ ਜਾਵੇ, ਪਰ ਮਨ ਦੀ ਖੁਸ਼ੀ ਜ਼ਾਹਰ ਹੋਣੋਂ ਨਹੀਂ ਰਹਿੰਦੀ। ਬਿਰਧ ਦੀ ਰੋਟੀ ਉੱਤੇ ਰਿਵਾਜ ਵਜੋਂ ਗਿੱਧਾ ਪਾਇਆ ਗਿਆ। ਅਫਸੋਸ ਦੀ ਪਰਛਾਈ ਗੁਜ਼ਰ ਜਾਣ ਪਿੱਛੋਂ ਜ਼ਿੰਦਗੀ ਨੇ ਮੁੜ ਆਪਣਾ ਮੁਹਾਜ਼ ਮੱਲ ਲਿਆ। ਇਹ ਗਲਤ ਹੈ ਕਿ ਖੁਸ਼ੀ ਦੀਆਂ ਘੜੀਆਂ 'ਚ ਸਮਾਂ ਆਪਣੀ ਰਫ਼ਤਾਰ ਤੇਜ਼ ਕਰ ਲੈਂਦਾ ਹੈ। ਸਮੇਂ ਦਾ ਹਰ ਸਾਹ ਮਨੁੱਖ ਦੀ ਉਮਰ ਨਾਲ ਜੰਜ਼ੀਰ ਦੀ ਕੜੀ ਵਾਂਗ ਬੱਝਾ ਹੋਇਆ ਹੈ, ਪਰ ਖੁਸ਼ੀਆਂ 'ਚ ਮਸਤ ਮਨੁੱਖ ਨੂੰ ਬੀਤ ਰਹੇ ਦੀ ਖੁਦ ਪ੍ਰਵਾਹ ਨਹੀਂ ਹੁੰਦੀ। ਬਹਾਰ ਆਉਂਦੀ ਖੇੜਾ ਬਖਸ਼ ਕੇ ਤੁਰ ਜਾਂਦੀ। ਮਾਲਣ ਦੀਆਂ ਮੁਸਕਾਨਾਂ
ਬੱਚਿਆਂ ਉੱਤੇ ਵਾਰ ਆਉਂਦਾ ਅਨੁਭਵ ਕਰਦੀਆਂ। ਸਾਵਣ ਆਉਂਦਾ, ਧਰਤੀ ਦੀਆਂ ਤਪਾੜਾਂ ਨਿਸਲ ਪੈ ਜਾਂਦੀਆਂ ਤੇ ਉਹ ਪਿਆਰ ਦੀਆਂ ਲਹਿਰਾਂ 'ਚ ਸਰਸ਼ਾਰੀ ਜਾਂਦੀ। ਹਾੜੀ ਦੀ ਫੇਰੀ ਸਤਵੰਤ ਤੇ ਜਗਰੂਪ ਨੂੰ ਇੱਕ ਜਮਾਤ ਵਿੱਚੋਂ ਦੂਜੀ ਵਿੱਚ ਉਛਾਲ ਜਾਂਦੀ। ਜ਼ਿੱਦਾਂ ਅਤੇ ਰੋਸੇ ਕਰਨ ਲਈ ਹਰਨੇਕ ਤਕੜਾ ਹੋ ਗਿਆ ਸੀ। 5ਵੇਂ ਸਾਲ ਵਿੱਚ ਉਹ ਵੀ ਸਕੂਲ ਜਾਣ ਲੱਗ ਪਿਆ। ਸਤਵੰਤ ਹੁਣ 8ਵੀਂ ਅਤੇ ਜਗਰੂਪ 6ਵੀਂ ਵਿੱਚ ਸੀ। ਧੀ ਨੂੰ ਜਵਾਨ ਹੁੰਦਿਆਂ ਵੇਖ ਮਾਲਣ ਨੇ ਬੂੜ ਸਿੰਘ ਨੂੰ ਕੋਈ ਮੁੰਡਾ ਨਿਗਾਹ 'ਚ ਰੱਖਣ ਲਈ ਆਖਿਆ। ਬੂੜ ਸਿੰਘ ਨੂੰ ਇੱਕਦਮ ਖਿਆਲ ਆਇਆ, ਇਹ ਵੀ ਕਰਨਾ ਹੀ ਪਵੇਗਾ। ਜਿਵੇਂ ਪਹਿਲਾਂ ਕੁੜੀਆਂ ਦੇ ਵਿਆਹ ਵੱਲੋਂ ਸੁੱਤਾ ਹੀ ਪਿਆ ਸੀ। ਇਸ ਗੱਲ ਦਾ ਉਸਨੂੰ ਪੁੱਜ ਕੇ ਝੋਰਾ ਸੀ ਕਿ ਕੱਲ ਮੈਂ ਕਿਸੇ ਦਾ ਜਵਾਈ ਸੀ ਤੇ ਅੱਜ ਤੋਂ ਕਿਸੇ ਦਾ ਸਹੁਰਾ ਬਣਨ ਵਾਲਾ ਹਾਂ। ਸਮੇਂ ਵਰਗਾ ਉਸਤਾਦ ਕੋਈ ਨਹੀਂ, ਜਿਹੜਾ ਮੌਕੇ ਤੋਂ ਪਹਿਲਾਂ ਕੁਦਰਤੀ ਸਹਿਣਤਾ ਨਾਲ ਮਨੁੱਖ ਨੂੰ ਹਲੂਣ ਕੇ ਚੇਤਨ ਕਰਦਾ ਹੈ, ਅਤੇ ਇਸ ਤਰ੍ਹਾਂ ਜ਼ਾਤੀ ਤਜਰਬੇ ਵਰਗਾ ਰਾਹਨੁਮਾ ਜਿਹੜਾ ਡੂੰਘੇ ਹਨੇਰੇ ਵਿੱਚ ਵੀ ਮਸ਼ਾਲ ਬਾਲਦਾ ਹੈ। ਜ਼ਿਲ੍ਹੇਦਾਰ ਦੀ ਖਾਹਸ਼ ਸੀ ਮੁੰਡਾ ਨੌਕਰੀ ਤੇ ਲੱਗਾ ਹੋਇਆ ਮਿਲ ਜਾਵੇ। ਹਲਵਾ ਜੱਟਾਂ ਦੇ ਸਾਕ ਉਸਨੂੰ ਜਚੇ ਨਹੀਂ ਸਨ। ਸਤਵੰਤ ਨੂੰ ਹਲਵਾ ਜੱਟਾਂ ਦੇ ਕੰਮ ਦਾ ਗਿਆਨ ਵੀ ਕੋਈ ਨਹੀਂ ਸੀ। ਉਸ ਦੇ ਸੁਭਾਅ ਅਤੇ ਲਿਆਕਤ ਦਾ ਖਿਆਲ ਰੱਖਣਾ ਜ਼ਰੂਰੀ ਸੀ। ਗਿਣਤੀ ਗਿਣਦਿਆਂ 1 ਸਾਲ ਬੀਤ ਜਾਣ ਪਿੱਛੋਂ ਬੂੜ ਸਿੰਘ ਨੇ ਇੱਕ ਮੁੰਡਾ ਲੱਭ ਹੀ ਲਿਆ, ਜਿਹੜਾ ਪੁਲਿਸ ਵਿੱਚ ASI ਲੈ ਲਿਆ ਗਿਆ ਸੀ। ਮੁੰਡੇ ਦੀਆਂ 2 ਮੰਗਾਂ ਸਨ। ਪਹਿਲੀ, ਘੱਟ ਤੋਂ ਘੱਟ ਕੁੜੀ 10ਵੀਂ ਪਾਸ ਹੋਵੇ ਅਤੇ ਦੂਜੀ, ਉਹ ਕੁੜੀ ਅੱਖੀਂ ਵੇਖਣਾ ਚਾਹੁੰਦਾ ਸੀ। ਮੁੰਡੇ ਦੀ ਦੂਜੀ ਮੰਗ ਨੇ ਜ਼ਿਲ੍ਹੇਦਾਰ ਦੀਆਂ ਖਾਨਿਓਂ ਗਵਾ ਦਿੱਤੀਆਂ। ਅਖੀਰ ਇਸ ਗੱਲ ਤੇ ਫੈਸਲਾ ਹੋ ਗਿਆ ਕਿ ਕੁੜੀ ਨੂੰ ਮੁੰਡੇ ਦੇ ਮਾਤਾ ਪਿਤਾ ਜੀ ਵੇਖ ਲੈਣ ਅਤੇ ਵਿਆਹ ਤੋਂ ਪਹਿਲਾਂ 10ਵੀਂ ਜ਼ਰੂਰ ਕਰਾ ਦਿੱਤੀ ਜਾਵੇਗੀ। ਸ਼ਗਨ ਤੋਂ ਪਹਿਲਾਂ ਮੁੰਡੇ ਦੀ ਮਾਂ ਅਤੇ ਵੱਡੀ ਭੈਣ ਨੇ ਸਤਵੰਤ ਨੂੰ ਪਸੰਦ ਕਰ ਲਿਆ ਤੇ ਰਿਸ਼ਤਾ ਪੱਕਾ ਹੋ ਗਿਆ। ਸਤਵੰਤ ਪੜ੍ਹਨ ਵਿੱਚ ਕਾਫੀ ਹੁਸ਼ਿਆਰ ਸੀ ਅਤੇ ਉਸ ਦਾ ਅਸਰ ਸੋਨੇ ਉੱਤੇ ਸੁਹਾਗੇ ਵਾਂਗ ਜਗਰੂਪ ਉੱਤੇ ਪੈਣਾ ਵੀ ਕੁਦਰਤੀ ਸੀ। ਸਤਵੰਤ ਨੇ 2nd ਡਿਵੀਜ਼ਨ 'ਚ 10ਵੀਂ ਕਰ ਲਈ। ਬੂੜ ਉਸ ਉੱਤੇ ਬੜਾ ਪ੍ਰਸੰਨ ਸੀ। ਸਤਵੰਤ ਦੇ ਫੇਲ ਹੋ ਜਾਣ ਨਾਲ ਉਸ ਉੱਤੇ ਕਰਾਰੀ ਸੱਟ ਪੈਣੀ ਸੀ। ਇਹ ਵੀ ਸੰਭਵ ਸੀ ਰਿਸ਼ਤਾ ਹੀ ਟੁੱਟ ਜਾਂਦਾ। ਪੱਕੀ ਤਾਰੀਖ ਬੰਨ੍ਹ ਕੇ ਉਹਨਾਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਦਿਨਾਂ ਵਿੱਚ ਹੀ ਬੂੜ ਸਿੰਘ ਨੇ ਭੱਜ ਨੱਠ ਕਰਕੇ ਆਪਣਾ ਤਬਾਦਲਾ ਪਿੰਡ ਦੇ ਨੇੜੇ ਫਿਰੋਜ਼ਪੁਰ ਦਾ ਕਰਵਾ ਲਿਆ। ਵਿਆਹ ਕਰਨ ਲਈ ਮਹੀਨੇ ਦੀ ਲੰਮੀ ਛੁੱਟੀ ਲੈ ਕੇ ਨੂਰਪੁਰ ਆ ਗਏ। ਕਾਲੀ ਕਾਲੀ ਦਲਾਨ ਦੇ ਇੱਕ ਹਿੱਸੇ ਵਿੱਚ ਬੈਠਕ ਬਣਾਈ ਗਈ। ਥਾਂ ਪਰ ਤਾਂ ਖਰਚ ਖੁੱਲ੍ਹਦੇ ਵੇਖ ਬੂੜ ਸਿੰਘ ਘਬਰਾ ਗਿਆ। ਉਸ ਕਬੀਲਦਾਰੀ ਦੇ ਆਉਣ ਵਾਲੇ ਭਾਰਾਂ ਵੱਲੋਂ ਅੱਖਾਂ ਮੀਟ ਕੇ ਖਰਚ ਕੀਤਾ ਸੀ, ਪਰ ਹੁਣ ਖਰਚਾਂ ਦੀਆਂ ਖੱਡਾਂ ਪੂਰਨ ਲਈ ਉਸ ਦੀ ਰੱਤ ਸੁੱਕ ਜਾ ਰਹੀ ਸੀ। ਇੱਕ ਅਟਕਲ ਪੱਚੂ ਹਿਸਾਬ ਨਾਲ ਹੀ ਉਹ ਕੰਬ ਕੇ ਰਹਿ ਗਿਆ ਕਿ ਮੈਂ ਇੰਨੀ ਵੱਡੀ ਰਕਮ ਦੀ ਕੇਵਲ ਸ਼ਰਾਬ ਹੀ ਡਕਾਰ ਗਿਆ ਹਾਂ। ਇਸ ਤੋਂ ਅੱਧੀ ਰਕਮ ਨਾਲ ਉਸ ਦਾ ਸ਼ਾਹੀ ਠਾਠ ਬਣ ਸਕਦਾ ਸੀ। ਜਵਾਨੀ ਦੇ ਅੰਤ ਅਤੇ ਬੁਢਾਪੇ ਦੇ ਸ਼ੁਰੂ ਵਿੱਚ ਉਹ ਬੀਤ ਗਏ ਤੇ ਝੂਰਨਾ ਸ਼ੁਰੂ ਕਰ ਦਿੱਤਾ, ਜਿਹਾ ਕਿ ਹਰ ਪੰਜਾਬੀ ਮਹਿਸੂਸ ਕਰਦਾ ਹੈ। ਕਿਉਂਕਿ ਮਾਲਣ ਦੇ ਪਰਿਵਾਰ 'ਚ ਸਤਵੰਤ ਦਾ ਪਹਿਲਾ ਵਿਆਹ ਸੀ, ਜਿਸ ਵਿੱਚ ਨਾਨਕੇ ਮੇਲ ਨੂੰ ਸੱਦਣਾ ਜ਼ਰੂਰੀ ਸੀ। ਭਰਾ ਤੇ ਭਰਜਾਈ ਦੀ ਮੌਤ ਪਿੱਛੋਂ ਮਾਲਣ ਲਈ ਪੇਕਾ ਘਰ ਇੱਕ ਤਰ੍ਹਾਂ ਛੁੱਟਿਆ ਹੀ ਰਿਹਾ ਸੀ। ਉਹ ਅੱਜ ਤੋਂ 6 ਸਾਲ ਪਹਿਲਾਂ ਕੇਵਲ ਇੱਕ ਵਾਰ ਚਾਚੇ ਦੀ ਮਕਾਨ ਗਈ ਸੀ ਅਤੇ ਚਾਚੇ ਦੇ ਪੁੱਤ ਭਰਾ ਇੰਨੇ ਨਿਰਮੋਹੇ ਹੋ ਗਏ ਸਨ ਕਿ ਇੱਕ ਵਾਰ ਵੀ ਮਿਲਣ ਨਹੀਂ ਆਏ ਸਨ। ਅਸਲ ਵਿੱਚ ਮਾਲਣ ਦੇ ਪੇਕੇ ਧਨੌਲੇ ਲਾਗੇ ਢਿੱਲਵੀਂ ਸਨ ਅਤੇ ਵਾਟ ਦੀ ਦੂਰੀ ਨੇ ਮੇਲ ਮਿਲਾਪ ਨੂੰ ਇੱਕ ਤਰ੍ਹਾਂ ਤੋੜੀ ਵਿਛੋੜੀ ਹੀ ਰੱਖਿਆ ਸੀ। ਹੁਣ ਉਹਨਾਂ ਨੂੰ ਸਤਵੰਤ ਦੇ ਵਿਆਹ ਉੱਤੇ ਲੋਕ ਲੱਜਾ ਦੇ ਮੂੰਹ ਨੂੰ ਨਾਨਕੀ ਛੱਕ ਪੂਰਨ ਆਉਣਾ ਪੈ ਗਿਆ। ਉਂਝ ਉਹ ਆ ਕੇ ਦਿਲੋਂ ਖੁਸ਼ ਨਹੀਂ ਸਨ। ਮਿਠਾਈਆਂ ਪਕਵਾਨ ਵਾਲੇ ਹਲਵਾਈ ਦੀ ਭੱਠੀ 'ਚੋਂ ਘਿਓ ਸੜ ਕੇ ਆਲੇ ਦੁਆਲੇ ਨੂੰ ਸੁਗੰਧਿਤ ਕਰ ਰਿਹਾ ਸੀ। ਇਸ ਮਹਿਕ ਵਿੱਚ ਖੰਡ ਦੀ ਚਾਸਨੀ ਘੁਲੀ ਹੋਈ ਸੀ। ਵਿਹੜੇ ਦੇ ਇੱਕ ਪਾਸੇ ਤਵੀ ਉੱਤੇ ਸ਼ਰੀਕੇ ਵਾਲੀਆਂ ਆਂਢਣਾ ਗੁਆਂਢਣਾ ਮੰਡੇ ਪਕਾਉਂਦੀਆਂ ਲੰਮੀ ਹੇਕ ਦੇ ਗੀਤ ਗਾ ਰਹੀਆਂ ਸਨ। ਧੂੰਆਂ ਕੁੰਡਲ ਪਾ ਉੱਚਿਆਂ ਉੱਠ ਰਿਹਾ ਸੀ। ਗੀਤ ਦਾ ਭਾਵ ਕੁਝ ਇਸ ਤਰ੍ਹਾਂ ਸੀ: ਤੂੰ ਮੇਰਿਆ ਸ਼ਾਨਾ ਵਾਲਿਆ ਵੇ ਮਾਹੀਆ, ਵਿਆਹ ਕੇ ਨਿਰਦੋਸ਼ ਨੂੰ ਛੱਡ ਗਿਆ। ਮੇਰੇ ਵਿੱਚ ਕੀ ਔਗਣ ਸੀ ਜੋ ਤੂੰ ਰਸਤੇ ਰੂਪ ਭਰੀ ਨਿਰਦੋਸ਼ ਨੂੰ ਛੱਡ ਗਿਆ। ਤੂੰ ਛੇਤੀ ਤੋਂ ਛੇਤੀ ਘੋੜਾ ਈੜ ਕੇ ਆ ਜਾ, ਮਤਾਂ ਫੁੱਲ ਕਮਲਾ ਜਾਣ ਉਮਰ ਥੋੜੀ, ਮੇਰਿਆ ਸ਼ਾਨਾ ਵਾਲਿਆ ਵੇ ਮਾਹੀਆ। 14 ਸਾਲਾਂ ਦੀ ਹੁੰਦੜ ਹੇਲ ਜਗਰੂਪ ਤੋਂ ਸਤਵੰਤ ਦੇ ਵਿਆਹ ਦੀ ਖੁਸ਼ੀ ਚੁੱਕੀ ਨਹੀਂ ਸੀ ਜਾਂਦੀ।
ਕਦੇ ਉਹ ਕੱਪੜਿਆਂ ਦੀਆਂ ਤਹਿਾਂ ਸਵਾਰਦੀ, ਕਦੀ ਵਿਹੜੇ ਦੀਆਂ ਰੰਗ ਬਰੰਗੀਆਂ ਝੰਡੀਆਂ ਨੂੰ ਠੀਕ ਕਰਦੀ ਤੇ ਕਦੇ ਤਵੀ ਵਾਲੀਆਂ ਜਨਾਨੀਆਂ ਨੂੰ ਹੇਕ ਮੱਠੀ ਪੈਣ ਤੇ ਨਿਹੋਰਾ ਚੜ੍ਹਦੀ। ਗੱਲ ਕੀ, ਉਹ ਸਾਰੇ ਘਰ ਵਿੱਚ ਇੱਕ ਤੋਂ ਪਿੱਛੋਂ ਦੂਜਾ ਕੰਮ ਨਜਿੱਠਦੀ ਪੂਰੀ ਵਾਂਗ ਘੁੰਮਦੀ ਰਹੀ ਸੀ। ਉਸ ਨੂੰ ਕੰਮਾਂ ਵਿੱਚ ਲੱਕ ਤੱਕ ਖੁੱਭੀ ਵੇਖ ਕੇ ਮਾਲਣ ਨੇ ਸਤਵੰਤ ਨੂੰ ਜਣਾਇਆ, ਦੇਖ ਲੈ, ਇਸ ਦੇ ਵਿਆਹ ਵਿੱਚ ਵੀ ਇੰਨਾ ਹੀ ਕੰਮ ਕਰਨਾ ਹੋਏਗਾ। ਮਾਲਣ ਨੇ ਇੱਕ ਤਰ੍ਹਾਂ ਜਗਰੂਪ ਦੀ ਪ੍ਰਸ਼ੰਸਾ ਵੀ ਕਰ ਦਿੱਤੀ ਸੀ। ਉੱਤਰ ਵਿੱਚ ਸਤਵੰਤ ਤੇ ਜਗਰੂਪ ਦੋਵੇਂ ਸ਼ਰਮਾ ਗਈਆਂ। ਬਾਹਰ ਮਾਮੂਲੀ ਜਿਹਾ ਰੌਲਾ ਪੈ ਗਿਆ। ਕਿਸੇ ਦੱਸਿਆ ਨਾਨਕਾ ਮੇਲ ਆ ਗਿਆ ਏ। ਮਾਲਣ ਅਣਚੱਕੇ ਚਾਵਾਂ ਤੇ ਅਨਮਾਣੀ ਖੁਸ਼ੀ ਨਾਲ ਭਰੀ ਬਾਹਰ ਨਿਕਲੀ। ਚਾਚੇ ਦੇ ਪੁੱਤ ਭਰਾਵਾਂ ਤੇ ਭਰਜਾਈਆਂ ਨੂੰ ਵੇਖ ਕੇ ਉਸਦੇ ਆਪ ਮੁਹਾਰੇ ਪਰਲ ਪਰਲ ਹੰਝੂ ਵਗ ਤੁਰੇ। ਰੋਣ ਉਸਦੇ ਅੰਦਰੋਂ ਧਾਹਾਂ ਤੇ ਛੱਲਾ ਮਾਰਦਾ ਉੱਚਾ ਉੱਠ ਰਿਹਾ ਸੀ, ਪਰ ਵਿਆਹ ਉੱਤੇ ਬੇਸ਼ਗਨਾ ਹੋ ਜਾਣ ਦੇ ਡਰੋਂ ਉਸ ਵੇਦਨਾ ਨੂੰ ਅੰਦਰੇ ਅੰਦਰ ਪੀ ਲਿਆ। ਉਸ ਹੰਝੂ ਭਰੀਆਂ ਅੱਖਾਂ 'ਚ ਭਰਾ ਤੇ ਭਰਜਾਈ ਨੂੰ ਤੱਕਿਆ, ਜਿਹੜੇ ਭਾਣਜੀ ਦੇ ਵਿਆਹ ਉੱਤੇ ਬੜੇ ਠਾਠ ਨਾਲ ਆਏ ਸਨ, ਪਰ ਚਾਚੇ ਦੇ ਪੁੱਤ ਭਰਾ ਉਸ ਨੂੰ ਮੱਥਾ ਟੇਕ ਰਹੇ ਸਨ ਅਤੇ ਭਰਜਾਈਆਂ ਪੈਰੀਂ ਹੱਥ ਲਾ ਰਹੀਆਂ ਸਨ। ਉਹ ਉਹਨਾਂ ਨੂੰ ਸਦਾ ਸੁਹਾਗਣ, ਬੱਚੇ ਜਿਉਣ ਤੇ ਦੇ ਨਰੋਈ ਦੀਆਂ ਅਸੀਸਾਂ ਦੇ ਰਹੀ ਸੀ। ਵਿਹੜੇ ਵਿੱਚ ਆਉਂਦਿਆਂ ਹੀ ਉਸ ਦੀਆਂ ਭਰਜਾਈਆਂ ਪਹਿਲਾਂ ਜਗਰੂਪ ਨੂੰ ਮਿਲ ਪਈਆਂ। ਇਸ ਨੇ ਮੁਹਾਂਦਰਾ ਪਛਾਣਦਿਆਂ ਮਾਲਣ ਤੋਂ ਪੁੱਛਿਆ, ਗੁਲਜ਼ਾਰੇ ਦੀ ਧੀ ਇਹੋ ਏ ਨਾ? ਜਗਰੂਪ ਦੇ ਨਕਸ਼ਾ ਨੇ ਉਸ ਨੂੰ ਯਕੀਨ ਕਰਵਾ ਦਿੱਤਾ। ਉਸ ਮਾਲਣ ਦਾ ਉੱਤਰ ਉਡੀਕੇ ਬਿਨਾਂ ਕੁੜੀ ਨੂੰ ਬੁੱਕਲ 'ਚ ਲੈ ਲਿਆ ਤੇ ਡੁਸਕਾਰੇ ਭਰ ਭਰ ਰੋਣ ਲੱਗ ਪਈ। ਫਿਰ ਉਸ ਤੋਂ ਦੂਜੀ ਨੇ ਜਗਰੂਪ ਨੂੰ ਬਾਹਾਂ 'ਚ ਲੈ ਲਿਆ ਅਤੇ ਰੂਪ ਦੇ ਸਦਕੇ ਵਾਰੀ ਜਾਂਦਿਆਂ ਰੋ ਪਈ। ਮਾਲਣ ਦੇ ਚਾਚੇ ਤੇ ਪੁੱਤ ਭਰਾ ਵੀ ਕੁੜੀ ਨੂੰ ਗਲਵੱਕੜੀ 'ਚ ਲੈ ਕੇ ਪਿਆਰ ਦੇਣੋਂ ਨਾ ਰਹਿ ਸਕੇ। ਹਾਲਾਤ ਕੁਝ ਇਸ ਤਰ੍ਹਾਂ ਦਰਦ ਭਰ ਆਏ ਕਿ ਹਰ ਵੇਖਣ ਵਾਲੇ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਨਾਨਕੇ ਮੇਲ ਤੋਂ ਬਿਨਾਂ ਹੈਰਾਨੀ ਨੇ ਸਾਰਿਆਂ ਦੀਆਂ ਖਾਨਿਓਂ ਗਵਾ ਦਿੱਤੀਆਂ। ਭੈਣ ਹੋਵੇ ਤਾਂ ਤੇਰੇ ਵਰਗੀ ਹੋਵੇ, ਜਿਹਨੇ ਜੱਫਰ ਜਾਲ ਕੇ ਭਰਾ ਦੇ ਨਾਂ ਨੂੰ ਪਾਲਿਆ। ਮਾਲਣ ਦੇ ਇੱਕ ਭਰਾ ਨੇ ਪ੍ਰਸ਼ੰਸਾ ਵਜੋਂ ਆਖਿਆ। ਡੌਰ ਭੌਰ ਮਾਲਣ ਨੂੰ ਕਿਸੇ ਨਹੀਂ ਸੀ ਵੇਖਿਆ, ਪਰ ਬੂੜ ਦੀਆਂ ਪਾੜ ਖਾਣੀਆਂ ਅੱਖਾਂ ਤੋਂ ਉਤਾਂ ਜੰਗਾਲਿਆ ਤਰਸ਼ੂਲ ਇੱਕ ਵਾਰ ਫਿਰ ਉੱਭਰ ਆਇਆ। ਮਾਲਣ, ਜਿਹੜੀ ਸਿਦਕ, ਭਰੋਸੇ ਤੇ ਮਿਹਨਤ ਨਾਲ ਆਪਣਿਆਂ ਤੇ ਬੇਗਾਨਿਆਂ ਦੀਆਂ ਸੱਟਾਂ ਖਾ ਖਾ ਲੋਹਾ ਬਣ ਗਈ ਸੀ, ਬੂੜ ਦੀਆਂ ਲਾਲ ਸੂਈਆਂ ਭੱਠੀਆਂ ਵਿੱਚ ਇੱਕਦਮ ਪਿਘਲ ਗਈ। ਮਾਲਣ ਨੇ ਇੱਕ ਪਲ ਲਈ ਬੂੜ ਨਾਲ ਅੱਖਾਂ ਮਿਲਾਈਆਂ। ਉਹ ਕੰਬੇ ਬਿਨਾਂ ਨਾ ਰਹਿ ਸਕੀ। ਜਗਰੂਪ ਆਪਣੀ ਥਾਂ ਰੋਣ ਹਾਕੀ ਹੋਈ ਪਈ ਸੀ। ਇੱਕ ਪਿੱਛੋਂ ਦੂਜੀ ਬੁੱਕਲ 'ਚ ਜਾਂਦਿਆਂ ਉਸ ਦਾ ਦਮ ਘੁੱਟਦਾ ਜਾ ਰਿਹਾ ਸੀ। ਉਸ ਦਾ ਚੱਲਦਾ ਲਹੂ, ਧੜਕਦਾ ਦਿਲ ਤੇ ਮਹਿਸੂਸ ਕਰਦਾ ਦਿਮਾਗ ਅਟੱਲ ਹੋ ਕੇ ਰਹਿ ਗਏ ਸਨ। ਸਭ ਤੋਂ ਵੱਡੀ ਸੱਟ ਜਿਸ ਉਸ ਦੇ ਦਿਮਾਗ ਨੂੰ ਬੌਰਾ ਕਰ ਸੁੱਟਿਆ ਸੀ, ਇਸ ਘਰ 'ਚ ਪਰਾਈ ਧੀ ਹੋਣ ਦਾ ਅਹਿਸਾਸ ਸੀ। ਉਸ ਮੇਲਣ ਦੀ ਆਖੀ ਗੱਲ ਸੁਣ ਲਈ ਸੀ, ਜਿਸ ਨੂੰ ਉਹ ਅੱਜ ਤੀਕ ਆਪਣੀ ਬੇਜੀ ਆਖਦੀ ਰਹੀ। ਉਹ ਇੱਕਦਮ ਭੂਆ ਕਿਵੇਂ ਬਣ ਗਈ? ਉਸ ਦੀਆਂ ਮਾਸੂਮ ਤੇ ਖੁਸ਼ ਅੱਖਾਂ ਵਿੱਚ ਹੈਰਾਨੀ ਦਾ ਝੱਖੜ ਇੰਨਾ ਤੇਜ਼ ਸੀ ਕਿ ਮਾਂ, ਬਾਪ ਤੇ ਭੈਣ ਭਰਾਵਾਂ ਦੇ ਚਿਹਰੇ ਧੁੰਦਲੇ ਪੈ ਕੇ ਨਵੇਂ ਰੂਪ ਧਾਰ ਗਏ ਸਨ। ਜਨਮ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਜੋ ਦੇਖਿਆ, ਸਮਝਿਆ ਤੇ ਮਹਿਸੂਸ ਕੀਤਾ, ਖੇਡਣ ਮੱਲਣ ਤੇ ਪਿਆਰ ਕਰਨ ਦੇ ਸਬੰਧ ਇੱਕ ਮਾਮੂਲੀ ਮਿਲਣੀ ਵਿੱਚ ਸਭ ਗਲਤ ਹੋ ਗਏ। ਇਉਂ ਜਾਪਦਾ ਸੀ ਜਗਰੂਪ ਦੇ ਮੂੰਹ ਨੂੰ ਅਨੇਕਾਂ ਝੜਾਂ ਵਾਲਾ ਜਿੰਦਰਾ ਲੱਗ ਗਿਆ ਏ, ਜਿਸ ਨੂੰ ਖੋਲ੍ਹਣ ਵਾਲੀ ਚਾਬੀ ਖਾਰੇ ਸਮੁੰਦਰ 'ਚ ਜਾ ਪਈ ਹੈ। ਪਿਆਰ ਕਰਨ ਵਾਲੇ ਉਸ ਨੂੰ ਜਮਦੂਤ ਦਿਸਦੇ ਸਨ। ਘਰ ਭੌਂ ਰਿਹਾ ਸੀ ਤੇ ਪੱਕੀ ਸਵਾਦ ਦੀ ਛੱਤ ਹਰ ਪਲ ਨੀਵੀਂ ਹੁੰਦੀ ਜਾ ਰਹੀ ਸੀ। ਉਹ ਫੁੱਟ ਕੇ ਰੋਣਾ ਚਾਹੁੰਦੀ ਸੀ, ਪਰ ਉਸ ਦੇ ਖੁਸ਼ਕ ਗਲੇ ਵਿੱਚ ਕੰਡੇ ਉੱਗ ਆਏ ਸਨ। ਉਹ ਚੀਕ ਮਾਰ ਕੇ ਬੇਹੋਸ਼ ਹੋਣੀ ਵਾਲੀ ਸੀ ਕਿ ਮੱਲੋ ਮੱਲੀ ਖਹਿੜਾ ਛੁਡਾ ਕੇ ਅਗਲੇ ਅੰਦਰ ਨੱਸ ਗਈ ਅਤੇ ਜਾਂਦੀ ਹੀ ਪਲੰਘ ਉੱਤੇ ਡਿੱਗ ਪਈ। ਆਉਣ ਵਾਲੇ ਮੇਲ ਨੇ ਰੂਪ ਦੀ ਮਾਨਸਿਕਤਾ ਨੂੰ ਨਹੀਂ ਸਮਝਿਆ ਸੀ। ਇਉਂ ਭਾਸਦਾ ਸੀ ਜਿਵੇਂ ਰੂਪ ਦੇ ਹੱਥ ਪੈਰ ਹਿੱਲਣੋਂ ਰਹਿ ਗਏ ਹਨ। ਉਸ ਦੀਆਂ ਪਾਟੀਆਂ ਪਾਟੀਆਂ ਅੱਖਾਂ ਗੇੜਾ ਖਾ ਕੇ ਡਿੱਗਦੀ ਛੱਤ ਨੂੰ ਦੇਖ ਰਹੀਆਂ ਸਨ, ਪਰ ਉਸ ਦੇ ਅੰਦਰੋਂ ਚੀਕ ਨਹੀਂ ਨਿਕਲਦੀ ਸੀ। ਉਸ ਦਾ ਅੰਗ ਅੰਗ ਨਿਸਲ ਤੇ ਬਿਸੁਰਤ ਹੋਇਆ ਪਿਆ ਸੀ। ਮਾਲਣ ਨੇ ਜਗਰੂਪ ਦੀ ਕਿਰਦੀ ਹਾਲਤ ਨੂੰ ਪਛਾਣ ਲਿਆ ਸੀ। ਉਸ ਬੜੀ ਛੇਤੀ ਸਾਵਧਾਨ ਹੁੰਦਿਆਂ ਅਤੇ ਬੂੜ ਦੇ ਗੁਸੈਲੇ ਚਿਹਰੇ ਦੀ ਪਰਵਾਹ ਕੀਤੇ ਬਿਨਾਂ ਕੁੜੀ ਦੀ ਸੁਰਤ ਲੈਣੀ
ਆਪਣਾ ਪਹਿਲਾ ਪਹਿਲ ਧਰਮ ਸਮਝਿਆ। ਉਹ ਆਏ ਮੇਲ ਦੀ ਸੇਵਾ ਲਈ ਮੈਰੀ ਦੇ ਕੰਨ ਖਿੱਚ ਕੇ ਆਪ ਅੰਦਰ ਚਲੀ ਗਈ। ਉਸ ਜਾਂਦਿਆਂ ਹੀ ਅਹਿਲ ਰੂਪ ਨੂੰ ਬਾਹਾਂ 'ਚ ਲੈਂਦਿਆਂ ਪਿਆਰ ਭਰੇ ਜਜ਼ਬੇ ਨਾਲ ਪੁਕਾਰਿਆ, ਤੂੰ ਧੀ ਰਾਣੀਏ, ਕਿਸੇ ਤਰ੍ਹਾਂ ਦਾ ਵੀ ਭੋਰਾ ਖਿਆਲ ਨਾ ਕਰੀ। ਮੈਂ ਤੇਰੇ ਲਈ ਪਹਾੜ ਪੁੱਟ ਦਿਆਂਗੀ। ਤੂੰ ਸਾਰੀਆਂ ਚੰਦਰੀਆਂ ਗੱਲਾਂ ਅਣਸੁਣੀਆਂ ਕਰ ਦੇ। ਭਾਵੇਂ ਮਾਲਣ ਸੱਚੇ ਦਿਲੋਂ ਮੋਹ ਪਿਆਰ ਨਾਲ ਜਗਰੂਪ ਨੂੰ ਤਸੱਲੀ ਦੇ ਰਹੀ ਸੀ, ਪਰ ਉਸ ਦਾ ਅੰਦਰ ਇੱਕ ਡਰ ਨਾਲ ਕੰਬੀ ਜਾ ਰਿਹਾ ਸੀ ਕਿ ਮੈਂ ਧੀ ਨੂੰ ਗਲਤ ਉੱਤੇ ਭਰੋਸਾ ਕਰਨ ਲਈ ਕਹਿ ਰਹੀ ਹਾਂ, ਜਿਹੜਾ ਭਰੇ ਵਿਆਹ ਵਿੱਚ ਝੂਠ ਸਾਬਿਤ ਹੋ ਚੁੱਕਾ ਏ। ਉਸ ਨੂੰ ਇਸ ਵਾਪਰੀ ਘਟਨਾ ਤੇ ਪੁੱਜ ਕੇ ਗੁੱਸਾ ਸੀ। ਹੁਣ ਉਹ ਖਿਝ ਰਹੀ ਸੀ, ਇਦੋਂ ਤਾਂ ਪੇਕੇ ਨਾ ਹੀ ਆਏ ਹੁੰਦੇ। ਉਸ ਚੁੱਪ ਪਰ ਇੱਕ ਟਕ ਵੇਖੀ ਜਾ ਰਹੀ ਜਗਰੂਪ ਨੂੰ ਮੁੜ ਹਲੂਣਨਾ ਸ਼ੁਰੂ ਕਰ ਦਿੱਤਾ। ਜੱਗੋ, ਤੂੰ ਬੋਲਦੀ ਕਿਉਂ ਨਹੀਂ? ਮੇਰੇ ਨਾਲ ਵੀ ਨਹੀਂ ਬੋਲਣਾ? ਮਾਲਣ ਦੀਆਂ ਜਗਰੂਪ ਨੂੰ ਘੁੱਟਦਿਆਂ ਅੱਖਾਂ ਭਰ ਆਈਆਂ। ਜੱਗੋ, ਤੂੰ ਨਹੀਂ ਜਾਣਦੀ ਤੈਨੂੰ ਪਾਲਣ ਵਿੱਚ ਕਿੰਨੇ ਦੁੱਖ ਸਹਾਰੇ ਹਨ, ਪਰ ਤੂੰ ਭਾਗਾਂ ਵਾਲਾ ਜੀ ਏ। ਮਾਲਣ ਨੂੰ ਰੋਂਦਿਆਂ ਵੇਖ ਜਗਰੂਪ ਦੀਆਂ ਇੱਕਦਮ ਭੁੱਬਾਂ ਨਿਕਲ ਗਈਆਂ ਤੇ ਉਸ ਟੁੱਟਦੇ ਸ਼ਬਦਾਂ 'ਚ ਆਖਿਆ, ਤੂੰ ਬੇਜੀ ਮੈਨੂੰ ਮਾਰ ਕਿਉਂ ਨਾ ਦਿੱਤਾ? ਕੋਈ ਜੀ ਮਰਨ ਵਾਸਤੇ ਥੋੜੋ ਜੰਮਦਾ ਏ, ਆਪਣੇ ਕਰਮ ਖਾਣੇ ਹੁੰਦੇ ਆ। ਫਿਰ ਮਾਲਣ ਨੇ ਅੰਦਰ ਆਈਆਂ ਜਨਾਨੀਆਂ ਨੂੰ ਵੇਖ ਕੇ ਆਖਿਆ, ਦੇਖ, ਰੋ ਨਾ। ਵਿਆਹ 'ਚ ਬਸ਼ਗਣਾ ਨਹੀਂ ਕਰੀਦਾ। ਲੋਕੀ ਕੀ ਆਖਣਗੇ? ਭੈਣ ਦੇ ਵਿਆਹ 'ਚ ਰੋਂਦੀ ਹੈ। ਇਹ ਜਗਰੂਪ ਨੂੰ ਇੱਕ ਤਰ੍ਹਾਂ ਦੀ ਧਮਕੀ ਵੀ ਸੀ। ਹੋਰ ਜਨਾਨੀਆਂ ਨੇ ਵੀ ਉਸ ਨੂੰ ਰੋਣੋਂ ਵਰਜਿਆ। ਜਗਰੂਪ ਖੁੱਲ੍ਹ ਕੇ ਰੋ ਵੀ ਨਾ ਸਕੀ। ਲੰਮੇ ਹੌਕਿਆਂ ਪਿੱਛੋਂ ਉਸ ਆਪਣਾ ਆਪ ਸੰਭਾਲ ਲਿਆ। ਇੱਕ ਗੁਆਂਢਣ ਨੇ ਦੂਜੀ ਦੇ ਕੰਨ 'ਚ ਮੂੰਹ ਦਿੰਦਿਆਂ ਕਿਹਾ, ਮਾਲਣ ਕਿੰਨੀ ਪੱਥਰ ਏ, ਭਰਾ ਦੀ ਧੀ ਪਾਲਦਿਆਂ ਚੂਕ ਨਹੀਂ ਨਿਕਲਣ ਦਿੱਤੀ। ਹੁਣ ਤਾਈਂ ਸਾਰੇ ਇਸ ਦੀ ਆਪਣੀ ਧੀ ਹੀ ਸਮਝਦੇ ਰਹੇ ਨੀ, ਪਰ ਉਹਨਾਂ ਦਿਨਾਂ 'ਚ ਕੂੜੇ ਦਾ ਟੋਕਰਾ ਚੁੱਕਣਾ ਵੀ ਇਸ ਦਾ ਹੀ ਜੇਰਾ ਸੀ। ਹਮਾ ਤੁਮਾ ਇਹ ਕਦੇ ਨਾ ਕਰ ਸਕਦੀਆਂ। ਦੂਜੀ ਨੇ ਥੋੜਾ ਪ੍ਰਸ਼ੰਸਾ ਭਾਵ ਨਾਲ ਉੱਤਰ ਦਿੱਤਾ। ਸਾਰੇ ਵਿਆਹ 'ਚ ਰੂਪ ਨੂੰ ਪਾਲਣ ਦੀ ਘਟਨਾ ਗੱਲਾਂ ਕਰਨ ਦਾ ਦਿਲਚਸਪ ਵਿਸ਼ਾ ਬਣੀ ਰਹੀ। ਖਾਸ ਕਰਕੇ ਜਨਾਨੀਆਂ ਨੂੰ ਤਾਂ ਇਹ ਗੱਲ ਮਸੀਂ ਲੱਭੀ ਸੀ। ਬੂੜ ਆਪਣੀ ਥਾਂ ਗੁੱਸੇ ਵਿੱਚ ਆਫਰਿਆ ਹੋਇਆ ਸੀ ਅਤੇ ਮਾਲਣ ਉੱਤੇ ਦਿਲ ਦਾ ਗੁਬਾਰ ਕੱਢਣਾ ਚਾਹੁੰਦਾ ਸੀ, ਪਰ ਵਿਆਹ ਦੀ ਰੌਣਕ ਵਿੱਚ ਮਾਲਣ ਨੇ ਉਸ ਨੂੰ ਕੋਈ ਮੌਕਾ ਨਾ ਦਿੱਤਾ। ਉਹ ਚਾਹੁੰਦੀ ਸੀ ਵਿਆਹ ਦੇ ਦਿਨ ਕਿਵੇਂ ਨਾ ਕਿਵੇਂ ਬੀਤ ਜਾਣ, ਫਿਰ ਗੁੱਸਾ ਮੱਠਾ ਪੈ ਜਾਵੇਗਾ। ਉਸ ਨੂੰ ਜ਼ਾਤੀ ਹੋਣੀਆਂ ਨੇ ਸਿਖਾ ਦਿੱਤਾ ਸੀ ਕਿ ਮਰਦ ਦੇ ਪੈਂਦੀ ਸੱਟ ਗੁੱਸੇ ਤੋਂ ਆਪਾ ਬਚਾ ਲਿਆ ਜਾਵੇ, ਫਿਰ ਵਾਰ ਕਮਜ਼ੋਰ ਪੈ ਜਾਂਦਾ ਹੈ ਤੇ ਕੁਝ ਆਪਾ ਵੀ ਸਹਿਣਸ਼ੀਲ ਹੋ ਜਾਂਦਾ ਹੈ। ਜਗਰੂਪ ਸਾਰਿਆਂ ਦੀ ਅੱਖ ਬਚਾ ਕੇ ਬਾਹਰ ਨਿਕਲ ਗਈ। ਭੈਣ ਦੇ ਵਿਆਹ ਦੀ ਖੁਸ਼ੀ, ਜਿਹੜੀ ਥੋੜਾ ਸਮਾਂ ਪਹਿਲਾਂ ਉਸ ਨੂੰ ਤਿਤਲੀ ਵਾਂਗ ਉਡਾਈ ਫਿਰਦੀ ਸੀ, ਪੱਥਰ ਭਾਰ ਬਣ ਗਈ। ਉਸ ਨੂੰ ਆਪਣਾ ਆਪ ਗੱਡੇ ਦੇ ਪਹੀਏ ਹੇਠ ਆ ਗਿਆ ਪ੍ਰਤੀਤ ਹੁੰਦਾ ਸੀ। ਉਹ ਸਦੀਆਂ ਪੁਰਾਣੇ ਨਵੇਕਲੇ ਟੁੱਟੇ ਫੁੱਟੇ ਤਲਾਅ ਦੀਆਂ ਪੌੜੀਆਂ ਉੱਤੇ ਆ ਕੇ ਡਿੱਗ ਪਈ। ਇਸ ਤਲਾਅ ਦਾ ਮਿੱਠਾ ਪਾਣੀ ਕਦੇ ਮਨੁੱਖੀ ਜ਼ਿੰਦਗੀ ਦੀ ਪਿਆਸ ਬੁਝਾਇਆ ਕਰਦਾ ਸੀ, ਪਰ ਹੁਣ ਪਾਸਿਓਂ ਢਹਿ ਕੇ ਪਸ਼ੂਆਂ ਲਈ ਛੱਪੜ ਬਣ ਗਿਆ ਸੀ। ਇਸ ਦੀ ਇੱਕ ਬਾਹੀ ਹੀ ਸਬੂਤੀ ਰਹਿ ਗਈ ਸੀ, ਜਿਸ ਦੀ ਹੇਠਲੀ ਪੌੜੀ ਤੇ ਬੈਠੀ ਭੋਲੀ ਤੇ ਅਣਜਾਣ ਜਗਰੂਪ ਆਪਣਾ ਆਪ ਕੋਹ ਰਹੀ ਸੀ।